अगर तुसी सोचते हो कि हेयर ट्रांसप्लांट डॉक्टर का काम नहीं है, हेयर ट्रांसप्लांट कोई भी कर सकता है। डॉक्टर का काम सिर्फ सुपरविजन करना, मतलब निगरानी और फीस कलेक्ट करना ही है। प्रोसीजर भावें कोई भी करे, चाहे टेक्नीशियन करन या नॉन मैडिकल पर्सनल करन, इस दे नाल तुहानूं कोई फर्क नहीं पैंदा। अगर तुहानूं ये लगता है तो दिस इज़ द रॉन्ग चैनल फॉर यू। प्लीज़ अनसबसक्राइब एंड मूव ऑन टू अनदर चैनल। सत श्री अकाल, नमस्कार। हेयर ट्रांसप्लांट आफ्टर ऑल एक मैडिकल प्रोसीजर है, सर्जिकल प्रोसीजर है। ਇਹਦੇ ਵਿੱਚ ਐਨੈਸਥੀਸੀਆ ਦਿੱਤਾ ਜਾਂਦਾ ਹੈ ਔਰ ਇਹ ਪ੍ਰੋਸੀਜਰ ਲਾਈਫ ਮੋਨੀਟਰਿੰਗ ਸਿਸਟਮਸ ਤੋਂ ਬਿਨਾ ਨਹੀਂ ਕੀਤਾ ਜਾਂਦਾ। ਕਈ ਨਿਰਧਾਰਿਤ ਗਾਈਡਲਾਈਨਸ ਨੇ, ਰੂਲਸ ਐਂਡ ਰੈਗੂਲੇਸ਼ਨਸ ਨੇ ਆਲ ਓਵਰ ਦ ਵਰਲਡ ਐਂਡ ਈਵਨ ਇਨ ਇੰਡੀਆ ਇਹ ਪ੍ਰੋਸੀਜਰ ਕਰਨ ਲਈ। ਇਹ ਮੈਡੀਕਲ ਡਾਕਟਰ ਤੋਂ ਇਲਾਵਾ ਕਿਸੇ ਹੋਰ ਨੂੰ ਇਜਾਜ਼ਤ ਨਹੀਂ ਹੈ ਨਿਯਮਾਂ ਅਨੁਸਾਰ। हेयर ट्रांसप्लांट आफ्टर ऑल एक मैडिकल प्रोसीजर है, एक सर्जिकल प्रोसीजर है। ਇਹਦੇ 'ਚ ਐਨੈਸਥੀਸੀਆ ਦਿੱਤਾ ਜਾਂਦਾ ਹੈ ਜੋ ਕਿ ਸਰਜਰੀ 'ਚ ਦਿੱਤਾ ਜਾਂਦਾ ਹੈ। ਇਹਦੇ 'ਚ ਇਨਸਿਜਨ ਦਿੱਤੀਆਂ ਜਾਂਦੀਆਂ, ਇਹਦੇ 'ਚ ਨਰਵਸ ਨੇ, ਇਹਦੇ 'ਚ ਵੈਸਲਸ ਨੇ, ਇਹਦੇ 'ਚ ਟਿਸ਼ੂ ਹੀਲਿੰਗ, ਵੂੰਡ ਹੀਲਿੰਗ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। हेयर ट्रांसप्लांट डायबिटीज़ 'ਚ, हेयर ट्रांसप्लांट हाइपरटेंशन 'ਚ, हेयर ट्रांसप्लांट हार्ट डिजीज़ ਦੇ ਨਾਲ ਤੁਸੀਂ ਕਿਵੇਂ ਮੈਨੇਜ ਕਰੋਗੇ, ਇਹਦੇ ਲਈ ਇੱਕ ਡਾਕਟਰ ਚਾਹੀਦਾ ਹੈ, ਇੱਕ ਕੁਆਲੀਫਾਈਡ ਡਾਕਟਰ ਜਿਹਨੂੰ ਕਿ ਇਸ ਚੀਜ਼ ਦੀ ਨੌਲੇਜ ਹੋਏ। और हेयर ट्रांसप्लांट के दौरान कई बार डिसीजनस लेनिया पैंदियां ने जो कि एक नॉन डॉक्टर नहीं ला सकता। एंड दैट इज़ द रीज़न मेडिकल प्रोसीजर्स एंड सर्जिकल प्रोसीजर्स आर डन बाय डॉक्टर्स। इंटरनेशनल सोसाइटी ऑफ हेयर रेस्टोरेशन सर्जनस जो कि वर्ल्ड बॉडी है जो रेगुलेट करती है हेयर ट्रांसप्लांट्स ਨੂੰ, ਉਹਦਾ ਇਹ ਮੰਨਣਾ ਹੈ ਕਿ ਜਿੰਨੇ ਵੀ ਸਰਜੀਕਲ ਸਟੈਪਸ ਨੇ हेयर ट्रांसप्लांट्स, ਜਿਵੇਂ ਕਿ ਕਾਉਂਸਲਿੰਗ, ਪੇਸ਼ੈਂਟ ਸਿਲੈਕਸ਼ਨ, ਐਨੈਸਥੀਸੀਆ ਦੇਣਾ, ਗ੍ਰਾਫਟ ਕੱਢਣੇ दैट इज़ कॉल्ड हार्वेस्टिंग, ਤੇ ਸਲਿਟਸ ਬਣਾਉਣਾ, ਇਹ ਸਾਰਾ ਕੰਮ ਡਾਕਟਰ ਦਾ ਹੈ। ਨॉन ਮੈਡੀਕਲ, ਨॉन ਸਰਜੀਕਲ ਪ੍ਰੋਸੀਜਰ, ਪਲਾਂਟੇਸ਼ਨ, ਅਸਿਸਟਿੰਗ, ਇਹ ਕੰਮ ਤੁਸੀਂ ਨਰਸਸ ਨੂੰ ਔਰ ਟ੍ਰੇਨ ਟੈਕਨੀਸ਼ੀਅਨਸ ਜੋ ਕਿ ਮੈਡੀਕਲ ਟੈਕਨੀਸ਼ੀਅਨਸ ਨੇ ਉਹਨਾਂ ਨੂੰ ਤੁਸੀਂ ਡੈਲੀਗੇਟ ਕਰ ਸਕਦੇ ਹੋ। ਪਰ ਸਾਰਾ ਪ੍ਰੋਸੀਜਰ ਟੈਕਨੀਸ਼ੀਅਨਸ ਕੋਲੋਂ ਕਰਾਉਣਾ ਇਹ ਇਲੀਗਲ ਮੰਨਿਆ ਜਾਂਦਾ ਹੈ। ਤੁਸੀਂ ਕੁਝ ਦਿਨ ਪਹਿਲਾਂ ਹੀ ਦਿੱਲੀ ਸਰਕਾਰ ਦੀ ਇਹ ਨੋਟਿਸ ਪੇਪਰ 'ਚ ਪੜ੍ਹੀ ਹੋਏਗੀ ਜਿਹਦੇ 'ਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਕੋਈ ਵੀ ਬੰਦਾ, ਕੋਈ ਵੀ ਕਲੀਨਿਕ ਜੋ ਕਿ ਨॉन ਮੈਡੀਕਲ ਸੈਂਟਰ ਹੈ, हेयर ट्रांसप्लांट करदा फड़िया गया तो उहदे अगेंस्ट सख्त कार्रवाई होएगी। सो ये दर्शाता है कि ये प्रोसीजर मैडिकल प्रोसीजर है। ये प्रोसीजर सलॉन्स, बार्बर शॉप्स, नॉन मैडिकल पर्सनल नहीं कर सकते। तुसीं खुद हुशियार हो, तुहानूं पता होना चाहिए कि तुहाडी हैल्थ का मामला है। हैल्थ विच कदी भी कॉम्प्रोमाइज़ नहीं करना चाहिए। आफ्टर ऑल नीडल्स यूज़ होंदियां ने, स्टरलाइजेशन की जरूरत होंदी है, सर्जिकल डिसिपलिन की जरूरत होंदी है। किसी सर्जिकल प्रोसीजर कोई भी बंदा 30 दिन या 40 दिन ट्रेनिंग तो बाद हेयर ट्रांसप्लांट नहीं कर सकता। उन्होंने सर्जिकल प्रोसीजर्स का, मैडिकल प्रोसीजर्स का ज्ञान कभी भी नहीं हो सकता। ज़्यादातर क्लिनिक अजकल ओवर 80% आई विल से ਇਹੋ ਜਿਹੇ ਨੇ ਜਿੱਥੇ ਡਾਕਟਰ हेयर ट्रांसप्लांट नहीं करते। इन्हां क्लिनिक्स ਦੇ ਵਿੱਚ ਡਾਕਟਰ हेयर ट्रांसप्लांट क्यों नहीं करते? ਉਹਦੇ ਤਿੰਨ ਕਾਰਨ ਨੇ, ਤਿੰਨ ਮੁੱਖ ਕਾਰਨ ਨੇ। ਇੱਕ ਕਿ ਡਾਕਟਰ ਕੋਲ ਟ੍ਰੇਨਿੰਗ ਨਹੀਂ ਹੈਗੀ, ਜਾਂ ਉਹ ਡਾਕਟਰ ਕੋਈ ਹੋਰ ਸਪੈਸ਼ਲਿਟੀ 'ਚ ਹੈ, ਉਹ ਬੱਚਿਆਂ ਦਾ ਡਾਕਟਰ ਹੈ ਜਾਂ ਉਹ ਗਾਇਨੋਕੋਲੋਜਿਸਟ ਹੈ ਜਾਂ ਉਹ ਡੈਂਟਿਸਟ ਹੈ, ਉਹਦੀ ਵੈਸੇ ਹੀ ਬਹੁਤ ਬਿਜ਼ੀ ਪ੍ਰੈਕਟਿਸ ਹੈ ਤੇ हेयर ट्रांसप्लांट ਵਾਸਤੇ ਉਹਦੇ ਕੋਲ ਟਾਈਮ ਨਹੀਂ ਹੈਗਾ। ਉਹਨੇ ਸਿਰਫ ਰੈਵਨਿਊ ਇਕੱਠਾ ਕਰਨ ਵਾਸਤੇ ਆਪਣੀ ਕਲੀਨਿਕ ਦੇ ਬਾਹਰ ਬੋਰਡ ਲਾਇਆ ਹੈ ਕਿ हेयर ट्रांसप्लांट ਡਨ ਹੇਅਰ। ਬਾਕੀ ਉਹ ਟੈਕਨੀਸ਼ੀਅਨਸ ਨੂੰ ਬੁਲਾ ਕੇ, ਔਨ ਕਾਲ ਪਰਸਨਲ ਨੂੰ ਬੁਲਾ ਕੇ हेयर ट्रांसप्लांट ਕਰਵਾਉਂਦਾ ਹੈ। ਦੂਜਾ ਕਾਰਨ ਇਹ ਹੈ ਕਿ ਤੁਸੀਂ ਟ੍ਰੇਨਡ ਤੇ ਹੋ, ਲੇਕਿਨ ਤੁਸੀਂ ਦਿਨ ਵਿੱਚ ਇੰਨੇ ਸਾਰੇ ਪ੍ਰੋਸੀਜਰ ਕਰਦੇ ਹੋ, 4 ਤੋਂ 5 ਪ੍ਰੋਸੀਜਰ ਕਰਦੇ ਹੋ, ਤਾਂ 4-5 ਪ੍ਰੋਸੀਜਰ ਕਰਨਾ ਤੁਹਾਡੇ ਵਾਸਤੇ ਹਿਊਮਨਲੀ ਇੰਪੋਸੀਬਲ ਹੈ। ਕੋਈ ਵੀ ਡਾਕਟਰ 4-5 ਪ੍ਰੋਸੀਜਰ ਨਹੀਂ ਕਰ ਸਕਦਾ। ਇੱਕ ਪ੍ਰੋਸੀਜਰ ਵੀ ਪੂਰਾ ਕਰਨਾ ਡਾਕਟਰ ਦੇ ਹੱਥ 'ਚ ਨਹੀਂ ਹੈ। ਉਹਨੂੰ ਅਸਿਸਟੈਂਟਸ ਦੀ ਜ਼ਰੂਰਤ ਹੁੰਦੀ ਹੈ ਪਲਾਂਟੇਸ਼ਨ ਲਈ, ਤੇ 4 ਤੋਂ 5 ਪ੍ਰੋਸੀਜਰ ਕੋਈ ਡਾਕਟਰ ਨਹੀਂ ਕਰ ਸਕਦਾ। ਇਸ ਕਰਕੇ ਤੁਸੀਂ ਹੁਣ हेयर ट्रांसप्लांट ਕਰਨਾ ਬਿਲਕੁਲ ਛੱਡਤਾ ਔਰ ਤੁਸੀਂ ਟ੍ਰੇਨ ਟੈਕਨੀਸ਼ੀਅਨਸ ਜਾਂ ਟ੍ਰੇਨਡ ਸਟਾਫ ਨੂੰ ਐਮਪਲੋਏ ਕੀਤਾ ਹੈ ਔਰ ਉਹ ਸਾਰਾ ਤੁਹਾਡਾ ਪ੍ਰੋਸੀਜਰ ਕਰਦੇ ਨੇ। ਤੁਸੀਂ ਸਿਰਫ ਮੀਅਰਲੀ ਆਪਣੀ ਪ੍ਰੈਜ਼ੈਂਸ ਪੇਸ਼ੈਂਟ ਦੇ ਸਾਹਮਣੇ ਦਿਖਾਉਂਦੇ ਹੋ। ਤੁਹਾਡਾ ਕੰਮ ਸਿਰਫ ਕਾਉਂਸਲਿੰਗ ਕਰਨਾ, ਫੋਲੋ ਅਪ ਕਰਨਾ ਔਰ ਫੀਸ ਕਲੈਕਟ ਕਰਨਾ ਹੈ। ਔਰ ਤੀਸਰਾ ਰੀਜ਼ਨ ਇਹ ਹੈ ਕਿ ਤੁਸੀਂ ਡਾਕਟਰ ਤੇ ਹੋ ਹੀ ਨਹੀਂ, ਨਾ ਤੁਸੀਂ ਮੈਡੀਕਲ ਪਰਸਨਲ ਹੋ, ਯੂ ਆਰ ਅ ਪਿਓਰ ਬਿਜ਼ਨਸਮੈਨ। ਤੁਸੀਂ हेयर ट्रांसप्लांट 'ਚ ਆਏ ਹੋ ਆਪਣੀ ਇਹ ਅਪਰਚੁਨਿਟੀ ਸਮਝ ਕੇ। ਤੁਹਾਨੂੰ ਮੈਡੀਕਲ ਪ੍ਰੋਸੀਜਰਸ ਨਾਲ ਕੋਈ ਲਗਾਵ ਹੈ ਨਹੀਂ, ਸਿਰਫ ਪ੍ਰੋਫਿਟੇਬਿਲਿਟੀ ਦੇ ਨਾਲ ਲਗਾਵ ਹੈ। ਔਰ ਇਸ ਲਈ ਤੁਸੀਂ ਇਲੀਗਲ ਕੰਮ ਵੀ ਕਰੋਗੇ ਕਿਉਂਕਿ ਠੱਗੀ ਦੇ ਨਾਲ ਤੁਹਾਡਾ ਪਿਆਰ ਹੈ। ਸੋ ਇਹ ਤਿੰਨ ਰੀਜ਼ਨਸ ਨੇ ਜਿਨ੍ਹਾਂ ਕਰਕੇ ਅੱਜ 85% ਤੋਂ ਜ਼ਿਆਦਾ ਕਲੀਨਿਕਸ ਡਾਕਟਰਸ ਨੂੰ ਇਨਵੋਲਵ ਨਹੀਂ ਕਰਦੇ हेयर ट्रांसप्लांट। ਔਰ ਇਹ ਇੱਕ ਸੱਚ ਹੈ। ਅਗਰ ਤੁਹਾਨੂੰ ਯਕੀਨ ਨਹੀਂ ਹੁੰਦਾ, ਤੁਸੀਂ ਆਪਣਾ हेयर ट्रांसप्लांट ਕਰਾਉਣ ਜਾਓ, ਤੁਸੀਂ ਡਾਕਟਰ ਨੂੰ ਕਹੋ ਕਿ ਅਸੀਂ ਡਾਕਟਰ ਕੋਲੋਂ ਹੀ हेयर ट्रांसप्लांट ਕਰਾਉਣਾ ਹੈ, ਉਹ ਕਹੇਗਾ ਹਾਂਜੀ ਸਾਡੇ ਇੱਥੇ ਡਾਕਟਰ ਹੀ ਕਰਦੇ ਨੇ। ਪਰ ਤੁਸੀਂ ਕਲੀਨਿਕ ਨੂੰ 50% ਅਮਾਊਂਟ हेयर ट्रांसप्लांट ਤੋਂ ਬਾਅਦ ਵਿੱਚ ਦੇਣਾ ਹੈ।
ਇਹ ਦੇਖਣ ਤੋਂ ਬਾਅਦ ਕਿ ਡਾਕਟਰ ਜਿਹਨੇ ਤੁਹਾਡੀ ਕਾਉਂਸਲਿੰਗ ਕੀਤੀ ਸੀ, ਜਿਹਨੇ ਕਿਹਾ ਸੀ ਕਿ ਮੈਂ ਕਰਾਂਗਾ ਹੇਅਰ ਟ੍ਰਾਂਸਪਲਾਂਟ, ਇਹ ਦੇਖਣ ਤੋਂ ਬਾਅਦ ਕਿ ਉਹਨੇ ਹੇਅਰ ਟ੍ਰਾਂਸਪਲਾਂਟ ਕੀਤਾ ਹੈ ਕਿ ਨਹੀਂ ਕੀਤਾ, ਉਹਦੇ ਤੋਂ ਬਾਅਦ ਤੁਸੀਂ 50% ਦਿਓਗੇ। ਐਂਡ ਬਿਲੀਵ ਮੀ, ਕੋਈ ਕਲੀਨਿਕ ਇਹੋ ਜਿਹਾ ਤੁਹਾਨੂੰ ਐਜ਼ ਪੇਸ਼ੈਂਟ ਐਕਸੈਪਟ ਕਰੇਗਾ ਹੀ ਨਹੀਂ। ਤੁਸੀਂ ਇਹ ਅਜਮਾ ਕੇ ਦੇਖ ਲਿਓ। ਸੋ ਹੇਅਰ ਟ੍ਰਾਂਸਪਲਾਂਟ ਦੇ ਕਿਹੜੇ ਸਟੈਪਸ ਹੁੰਦੇ ਨੇ? ਹੇਅਰ ਟ੍ਰਾਂਸਪਲਾਂਟ ਦਾ ਸਭ ਤੋਂ ਵੱਡਾ ਸਟੈਪ ਹੈ ਪੇਸ਼ੈਂਟ ਸਿਲੈਕਸ਼ਨ, ਪੇਸ਼ੈਂਟ ਕਾਉਂਸਲਿੰਗ, ਕਿ ਮਾਨਸਿਕ ਤੌਰ ਤੇ, ਏਜ ਦੇ ਤੌਰ ਤੇ, ਉਮਰ ਦੇ ਤੌਰ ਤੇ ਪੇਸ਼ੈਂਟ ਹੇਅਰ ਟ੍ਰਾਂਸਪਲਾਂਟ ਲਈ ਫਿਟ ਹੈ ਕਿ ਨਹੀਂ, ਪੇਸ਼ੈਂਟ ਮੈਡੀਕਲੀ ਫਿਟ ਹੈ ਕਿ ਨਹੀਂ, ਪੇਸ਼ੈਂਟ ਦੇ ਕੋਲ ਡੋਨਰ ਏਰੀਆ ਹੈ ਕਿ ਨਹੀਂ। ਕਾਉਂਸਲਿੰਗ ਤੋਂ ਬਾਅਦ ਇੰਪੋਰਟੈਂਟ ਪੁਆਇੰਟ ਹੈ ਹੇਅਰ ਲਾਈਨ ਡਿਜ਼ਾਈਨ। ਐਨਸਥੀਸੀਆ, ਹਾਰਵੈਸਟਿੰਗ ਆਫ ਗ੍ਰਾਫਟਸ, ਗ੍ਰਾਫਟ ਕੱਢਣਾ, ਡੋਨਰ ਏਰੀਆ ਜੋ ਕਿ ਸਿਰ ਦੇ ਪਿੱਛੇ ਹੁੰਦਾ ਹੈ ਜਾਂ ਬੀਅਰਡ ਜਾਂ ਚੈਸਟ, ਉਥੋਂ ਗ੍ਰਾਫਟ ਕੱਢਣੇ, ਛੋਟੇ ਪੰਚ ਸਾਈਜ਼ ਦੇ ਨਾਲ ਕੱਢਣੇ ਅੰਡਰ ਮੈਗਨੀਫਿਕੇਸ਼ਨ, ਤਾਂ ਕਿ ਗ੍ਰਾਫਟਸ ਡੈਮੇਜ ਨਾ ਹੋਣ, ਤਾਂ ਕਿ ਜ਼ਿਆਦਾ 2s and 3s ਮਿਲਣ ਸਾਨੂੰ ਗ੍ਰਾਫਟ ਵਿੱਚ। ਅਗਰ ਸਿਰਫ ਸਿੰਗਲ ਹੇਅਰ ਮਿਲਣ ਗ੍ਰਾਫਟ ਦੇ ਵਿੱਚ, ਉਹਦਾ ਕੋਈ ਰਿਜ਼ਲਟ ਨਹੀਂ ਆਏਗਾ, ਬਹੁਤ ਪਤਲਾ ਰਿਜ਼ਲਟ ਆਏਗਾ। ਉਹਦੇ ਤੋਂ ਬਾਅਦ ਸਲਿਟ ਮੇਕਿੰਗ, ਮਤਲਬ ਛੇਦ ਬਣਾਉਣਾ, ਜਿਹਦੇ ਵਿੱਚ ਗ੍ਰਾਫਟ ਪਾਏ ਜਾਣਗੇ ਰੈਸੀਪੀਐਂਟ ਏਰੀਆ 'ਚ, ਜਿਹੜਾ ਗੰਜਾ ਏਰੀਆ ਹੈ ਉਹਦੇ ਵਿੱਚ ਛੇਦ ਬਣਾਉਣਾ। ਹੁਣ ਇਹ ਅਗਰ ਤੁਸੀਂ ਪ੍ਰੋਪਰ ਡੈਂਸਿਟੀ ਦੇ ਨਾਲ ਨਾ ਬਣਾਓ, ਅਗਰ ਤੁਸੀਂ ਇਹਦਾ ਪ੍ਰੋਪਰ ਐਂਗਲ ਨਾ ਦਿਓ, ਤੇ ਵਾਲਾਂ ਦਾ ਰਿਜ਼ਲਟ ਕਦੀ ਨੈਚੁਰਲ ਨਹੀਂ ਆਏਗਾ। ਹਰ ਇੱਕ ਪੇਸ਼ੈਂਟ ਵਿੱਚ ਇਹੋ ਹੀ ਸਟੈਪਸ ਫੋਲੋ ਹੁੰਦੇ ਨੇ, ਕੋਈ ਡਿਫਰੈਂਸ ਨਹੀਂ ਹੈ। ਥਰਡ ਇਜ਼ ਪਲਾਂਟੇਸ਼ਨ। ਪਲਾਂਟੇਸ਼ਨ ਜਿਹੜੀ ਹੇਅਰਲਾਈਨ ਦੇ ਅਲੋਂਗ ਹੈ ਉਹ ਡਾਕਟਰ ਨੂੰ ਕਰਨੀ ਚਾਹੀਦੀ ਹੈ। ਬਾਕੀ ਤੁਹਾਡੇ ਟ੍ਰੇਨ ਟੈਕਨੀਸ਼ੀਅਨਸ ਤੁਹਾਨੂੰ ਅਸਿਸਟ ਕਰ ਸਕਦੇ ਨੇ, ਬਿਕੋਜ਼ ਇਹ ਮੈਡੀਕਲ ਪ੍ਰੋਸੀਜਰ ਨਹੀਂ ਹੈ, ਇਹਦੇ 'ਚ ਕੋਈ ਸਰਜੀਕਲ ਸਟੈਪ ਨਹੀਂ ਹੈ। ਉਹਦੇ ਤੋਂ ਬਾਅਦ ਫੋਲੋ ਅਪ ਡਾਕਟਰ ਨੂੰ ਖੁਦ ਕਰਨਾ ਚਾਹੀਦਾ ਹੈ, ਐਵਰੀ ਮੰਥ ਔਰ ਐਵਰੀ 3 months। ਸੋ ਇਹ ਨੇ ਚੀਫ ਸਟੈਪਸ ਆਫ ਅ ਹੇਅਰ ਟ੍ਰਾਂਸਪਲਾਂਟ ਪ੍ਰੋਸੀਜਰ।
ਔਰ ਜਿਵੇਂ ਕਾਫੀ ਲੋਕ ਜਾਣਦੇ ਨੇ, ਕਾਫੀ ਸਬਸਕ੍ਰਾਈਬਰਸ ਜਾਣਦੇ ਨੇ, ਸਾਡਾ ਕਲੀਨਿਕ ਡਾਰਲਿੰਗ ਬਰਡਸ ਮੁੰਬਈ ਔਰ ਚੰਡੀਗੜ੍ਹ 'ਚ ਹੈ। 2 ਕਲੀਨਿਕ ਸਾਡੇ ਨੇ ਔਰ ਜਦੋਂ ਇੱਕ ਕਲੀਨਿਕ ਚੱਲਦਾ ਹੈ ਦੂਜਾ ਕਲੀਨਿਕ ਬੰਦ ਰਹਿੰਦਾ ਹੈ। ਮੁੰਬਈ ਹੁਣ ਸਾਡਾ ਮੇਨ ਕਲੀਨਿਕ ਹੈ, ਚੰਡੀਗੜ੍ਹ ਸਾਡੀ ਬ੍ਰਾਂਚ ਹੈ। ਇੱਥੇ ਅਸੀਂ 15 ਦਿਨ ਚੰਡੀਗੜ੍ਹ ਹੁੰਨੇ ਆ ਔਰ 15 ਦਿਨ ਮੁੰਬਈ। ਅਗਰ ਤੁਹਾਨੂੰ ਕੋਈ ਕੰਸਲਟੇਸ਼ਨ ਚਾਹੀਦੀ ਹੈ ਹੈਅਰ ਟ੍ਰਾਂਸਪਲਾਂਟ ਦੇ ਬਾਰੇ, ਤੁਸੀਂ ਇਸ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਸਾਨੂੰ ਬੜੀ ਖੁਸ਼ੀ ਹੋਏਗੀ ਕਿ ਤੁਸੀਂ ਸਾਡੇ ਹੈਅਰ ਟ੍ਰਾਂਸਪਲਾਂਟ ਕਲੀਨਿਕ ਨੂੰ ਚੂਜ਼ ਕਰੋਗੇ। ਹੋਰ ਤੁਹਾਨੂੰ ਕੋਈ ਡਾਊਟ ਹੋਏ, ਕੋਈ ਕੁਐਸਚਨ ਤੁਹਾਡੇ ਮਨ 'ਚ ਹੋਏ ਅਬਾਊਟ ਹੈਅਰ ਟ੍ਰਾਂਸਪਲਾਂਟ, हेयर लॉस या कोई होर क्वेश्चन तुहाडे मन च आंदा होए तो सानू जरूर लिखो कमेंट सैक्शन विच। जिन्ना हो सकेगा असी तुहाडा प्रॉब्लम हल करने की कोशिश करांगे। थैंक यू फॉर वॉचिंग। सत श्री अकाल, नमस्कार, जय हिंद।